ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਔਲਖ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਪੰਜਾਬ 'ਚ ਪੀਐਮ ਦੌਰੇ ਦਾ ਨਵਾਂ ਵਿਵਾਦ। ਸੀਐਮ ਦਾ ਹੈਲੀਕਾਪਟਰ ਦੂਜੀ ਵਾਰ ਰੋਕਿਆ ਗਿਆ। ਭੜਕੇ ਚੰਨੀ ਬੋਲੇ, ਮੈਂ ਅੱਤਵਾਦੀ ਨਹੀਂ। ਕਾਰ ਸਵਾਰ 5 ਨੌਜਵਾਨ ਦੇ ਰੇਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ। ਪੁਲਿਸ ਨੂੰ ਦੇਖਦਿਆਂ ਹੀ ਉੱਥੋਂ ਭੱਜੇ। ਅੱਜ ਚੰਡੀਗੜ੍ਹ ਵਿੱਚ ਮੁੜ ਤੋਂ ਖੁੱਲ੍ਹੀ ਪੀਜੀਆਈ ਦੀ ਨਿਊ ਓਪੀਡੀ। ਤਾਂ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੀ। ਤਾਂ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਪੰਜਾਬ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਜਿੱਥੇ ਜਨਤਾ ਨੂੰ ਸੰਬੋਧਨ ਕੀਤਾ ਤਾਂ ਉੱਥੇ ਦੂਜੇ ਪਾਸੇ ਜੇਕਰ ਗੱਲ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੀਤੀ ਜਾਵੇ ਤਾਂ ਉਹਨਾਂ ਦੇ ਹੈਲੀਕਾਪਟਰ ਨੂੰ ਉਡਾਨ ਨਹੀਂ ਭਰਨ ਦਿੱਤੀ ਗਈ, ਜਿਸ ਤੋਂ ਬਾਅਦ ਉਹ ਭੜਕੇ ਵੀ ਤੇ ਭੜਕੇ ਹੋਏ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਉਹ ਕੋਈ ਅੱਤਵਾਦੀ ਨਹੀਂ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਅੱਜ ਸਵੇਰ ਵੇਲੇ ਸਿਕਿਉਰਿਟੀ ਵੱਲੋਂ ਹੈਲੀਕਾਪਟਰ ਦੇ ਵਿੱਚ ਹੁਸ਼ਿਆਰਪੁਰ ਰੈਲੀ ਦੇ ਲਈ ਰਵਾਨਾ ਨਹੀਂ ਹੋਣ ਦਿੱਤਾ ਗਿਆ ਤੇ ਉਹਨਾਂ ਦਾ ਹੈਲੀਕਾਪਟਰ ਉੱਡਣ ਨਹੀਂ ਦਿੱਤਾ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਦੇ ਵਿੱਚ ਬੈਠੇ ਬਿਠਾਏ ਹੀ ਰਹਿ ਗਏ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹਨਾਂ ਦੇ ਹੈਲੀਕਾਪਟਰ ਨੂੰ ਉੱਡਣ ਦੀ ਮਨਜ਼ੂਰੀ ਮਿਲ ਜਾਵੇ, ਲੇਕਿਨ ਉਹਨਾਂ ਦੇ ਹੈਲੀਕਾਪਟਰ ਨੂੰ ਉੱਡਣ ਨਹੀਂ ਦਿੱਤਾ ਗਿਆ। ਤੇ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲੰਧਰ ਦੇ ਵਿੱਚ ਇੱਕ ਵੱਡੀ ਰੈਲੀ ਹੋਣੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਰਸਤੇ ਰਾਹੀਂ ਜਲੰਧਰ ਪਹੁੰਚਣਗੇ, ਜਿਸ ਲਈ ਨੋ ਫਲਾਈ ਜ਼ੋਨ ਬਣਾਇਆ ਗਿਆ ਹੈ। ਇਸ ਲਈ ਚਰਨਜੀਤ ਸਿੰਘ ਚੰਨੀ ਦਾ ਹੈਲੀਕਾਪਟਰ ਉੱਡਣ ਨਹੀਂ ਦਿੱਤਾ ਗਿਆ ਤੇ ਹੈਲੀਕਾਪਟਰ ਨਾ ਉੱਡਣ ਦੇਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ। ਉਧਰ ਚੰਡੀਗੜ੍ਹ ਦੇ ਵਿੱਚ ਵੀ ਕ੍ਰਾਈਮ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ। 5 ਨੌਜਵਾਨ ਕਾਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ। ਪੁਲਿਸ ਨੂੰ ਜਦ ਦੇਖਿਆ ਤਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਨ ਲੱਗੇ, ਪਰ ਪੁਲਿਸ ਨੇ ਬੜੀ ਹੀ ਮੁਸਤੈਦੀ ਦੇ ਨਾਲ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਦ ਸਿਟੀ ਬਿਊਟੀਫੁਲ ਚੰਡੀਗੜ੍ਹ ਦੇ ਵਿੱਚ ਇੱਕ ਅਜਿਹਾ ਗਿਰੋਹ ਸਰਗਰਮ ਹੈ ਜੋ ਕਿ ਦੇਰ ਰਾਤ ਨੂੰ ਸੜਕ ਤੋਂ ਗੁਜ਼ਰ ਰਹੇ ਲੋਕਾਂ ਦੇ ਨਾਲ ਲੁੱਟਮਾਰ ਕਰਦਾ ਹੈ ਤੇ ਫਿਰ ਉਹਨਾਂ ਨੂੰ ਜ਼ਖਮੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਅਜਿਹਾ ਹੀ ਵਾਕਿਆ ਚੰਡੀਗੜ੍ਹ ਦੇ ਵਿੱਚ ਵੇਖਣ ਨੂੰ ਮਿਲਿਆ, ਜਿੱਥੇ ਕਿ ਸੈਕਟਰ 19 ਦੀ ਮਾਰਕੀਟ ਦੇ ਕੋਲ ਇੱਕ ਵਿਅਕਤੀ ਦੇ ਨਾਲ ਗੱਡੀ 'ਚ ਸਵਾਰ 5 ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਨਾਲ ਲੈਸ ਹੋਏ ਲੁੱਟਮਾਰ ਕਰ ਰਹੇ ਸੀ। ਇਸ ਦੌਰਾਨ ਉੱਥੋਂ ਗੁਜ਼ਰ ਰਹੀ ਪੁਲਿਸ ਨੇ ਲੁੱਟਮਾਰ ਅਤੇ ਮਾਰਕੁੱਟ ਕਰ ਰਹੇ ਉਹਨਾਂ ਨੌਜਵਾਨਾਂ ਨੂੰ ਜਦੋਂ ਵੇਖਿਆ ਤਾਂ ਪੁਲਿਸ ਨੂੰ ਵੇਖ ਕੇ ਇਹ ਨੌਜਵਾਨ ਬਦਮਾਸ਼ ਗੱਡੀ 'ਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ ਤੇ ਪੁਲਿਸ ਨੇ ਵੀ ਉਸ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਬਦਮਾਸ਼ਾਂ ਦੀ ਗੱਡੀ ਸੈਕਟਰ 22 ਦੇ ਡਿਵਾਈਡਿੰਗ ਰੋਡ ਤੇ ਬਣੀ ਗ੍ਰਿਲ ਦੇ ਨਾਲ ਜਾ ਟਕਰਾਈ ਤੇ ਉਹ ਬਦਮਾਸ਼ ਗੱਡੀ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਇਹ ਸਰ ਉਸ ਗੱਡੀ ਨੂੰ ਵੀ ਅੱਗੇ ਕਰਕੇ ਤੇ ਲੁੱਟ ਖੋਹ ਕਰ ਰਹੀ ਸੀ। ਅੱਛਾ, ਇਹਦੇ ਸਿਰ ਤੇ ਉਹ ਮਾਰਿਆ ਹੋਇਆ ਸੀ। ਕਿਸ ਬੰਦੇ ਦੇ? ਹਾਂਜੀ ਸਰ। ਤੁਸੀਂ ਡੀਐਸਪੀ ਹਰਜੀਤ ਨਾਲ? ਡੀਐਸਪੀ ਗੁਰਜੀਤ ਮੈਂ। ਗੱਡੀ ਸਰ 5 ਬੰਦੇ ਸੀਗੇ। 5 ਬੰਦੇ? ਹਾਂਜੀ ਸਰ। ਤੇ ਪੰਜੇ ਦੌੜ ਗਏ? ਹਿੱਟ ਕਰਦੇ ਹੀ ਭੱਜ ਗਏ ਸਰ। ਮੈਂ ਪਿੱਛੇ ਭੱਜਣ ਦੀ ਕੋਸ਼ਿਸ਼ ਕੀਤੀ, ਫਿਰ ਮੈਂ ਤੁਹਾਨੂੰ ਦੱਸ ਦਈਏ ਕਿ ਇੱਕ ਬਦਮਾਸ਼ ਆਟੋ ਰਿਕਸ਼ਾ ਦੇ ਨਾਲ ਮਾਰਕੁੱਟ ਕਰਕੇ ਪੈਸੇ ਵਸੂਲ ਰਹੇ ਸੀ, ਲੇਕਿਨ ਚੰਡੀਗੜ੍ਹ ਪੁਲਿਸ ਕਰਮਚਾਰੀਆਂ ਦੀ ਮੁਸਤੈਦੀ ਅਤੇ ਪੈਟਰੋਲਿੰਗ ਦੇ ਚਲਦੇ ਇਹ ਹਾਦਸਾ ਵੀ ਟਲ ਗਿਆ ਤੇ ਹਾਲਾਂਕਿ ਮਾਰਕੁੱਟ ਦੇ ਦੌਰਾਨ ਉਸ ਆਟੋ ਰਿਕਸ਼ਾ ਚਾਲਕ ਨੂੰ ਵੀ ਸੱਟਾਂ ਲੱਗੀਆਂ ਨੇ, ਜਿਸ ਦੇ ਇਲਾਜ ਦੇ ਲਈ ਉਸ ਨੂੰ ਹਸਪਤਾਲ ਲਿਆਇਆ ਗਿਆ ਹੈ ਤੇ ਨਾਲ ਹੀ ਥਾਣਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਕੋਰੋਨਾ ਦੇ ਚੱਲਦਿਆਂ ਫਿਜ਼ੀਕਲ ਓਪੀਡੀਜ਼ ਤੇ ਰੋਕ ਲਗਾ ਦਿੱਤੀ ਗਈ ਸੀ। ਵਰਚੁਅਲ ਓਪੀਡੀਜ਼ ਖੁੱਲ ਰਹੀਆਂ ਸੀ, ਪਰ ਹੁਣ ਤੁਹਾਨੂੰ ਦੱਸ ਦਈਏ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਮੁੜ ਤੋਂ ਪੀਜੀਆਈ ਦੇ ਵਿੱਚ ਫਿਜ਼ੀਕਲ ਓਪੀਡੀ ਹੈ ਜੋ ਉਹ ਮਰੀਜ਼ਾਂ ਦੇ ਲਈ ਖੋਲ ਦਿੱਤੀ ਗਈ ਹੈ। ਚੰਡੀਗੜ੍ਹ 'ਚ ਕੋਰੋਨਾ ਦੇ ਮਾਮਲਿਆਂ 'ਚ ਕਮੀ ਹੋਣ ਦੇ ਚੱਲਦੇ ਜਿੱਥੇ ਸਕੂਲ ਕਾਲਜ ਖੋਲ ਦਿੱਤੇ ਗਏ ਨੇ ਤਾਂ ਉੱਥੇ ਹੀ ਨਾਈਟ ਕਰਫਿਊ ਵੀ ਹਟਾ ਦਿੱਤਾ ਗਿਆ। ਅਜਿਹੇ 'ਚ ਪ੍ਰਸ਼ਾਸਨ ਨੇ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪੀਜੀਆਈ ਦੀ ਨਿਊ ਓਪੀਡੀ ਨੂੰ ਸੋਮਵਾਰ ਤੋਂ ਫਿਜ਼ੀਕਲੀ ਰੂਪ ਦੇ ਵਿੱਚ ਖੋਲ ਦਿੱਤਾ ਹੈ। ਦੱਸਦੀ ਕਿ ਪਹਿਲੇ ਦਿਨ 2000 ਮਰੀਜ਼ ਓਪੀਡੀ ਪਹੁੰਚੇ ਨੇ। ਉੱਥੇ ਹੀ ਜੇਕਰ ਡਾਕਟਰਾਂ ਦੀ ਮੰਨੀਏ ਤਾਂ 8 ਤੋਂ 9 ਵਜੇ ਤੋਂ ਫਿਜ਼ੀਕਲ ਕਾਰਡ ਓਪੀਡੀ ਦਾ ਸਮਾਂ ਰੱਖਿਆ ਗਿਆ ਤੇ ਉਸ ਤੋਂ ਬਾਅਦ ਸਵੇਰੇ 9 ਤੋਂ 10:30 ਵਜੇ ਤੱਕ ਟੈਲੀ ਕੰਸਲਟੇਸ਼ਨ ਸਰਵਿਸਿਜ਼ ਵੀ ਮੁਹੱਈਆ ਕਰਵਾਈਆਂ ਗਈਆਂ ਨੇ। ਉੱਥੇ ਹੀ ਐਮਰਜੈਂਸੀ ਸਰਵਿਸਿਜ਼ ਹਮੇਸ਼ਾ ਖੁੱਲੀਆਂ ਰਹਿੰਦੀਆਂ ਨੇ।
ਉੱਥੇ ਹੀ ਡਾਕਟਰਾਂ ਦਾ ਇਹ ਵੀ ਕਹਿਣਾ ਹੈ ਕਿ ਨਿਊ ਓਪੀਡੀ ਖੁੱਲੀ ਰਹੇਗੀ ਤੇ ਸਮੇਂ ਵੀ ਇਹੀ ਰਹੇਗਾ। 8 ਤੋਂ 9 ਵਜੇ ਤੱਕ 2000 ਦੇ ਲਗਭਗ ਮਰੀਜ਼ ਆਏ ਨੇ। ਉੱਥੇ ਹੀ ਟੈਲੀ ਕੰਸਲਟੈਂਸੀ ਦੇ ਜ਼ਰੀਏ ਵੀ ਮਰੀਜ਼ ਚੈੱਕਅਪ ਕਰਵਾ ਰਹੇ ਨੇ। ਪੀਜੀਆਈ ਪ੍ਰਸ਼ਾਸਨ ਦੀ ਲੋਕਾਂ ਨੂੰ ਇਹ ਵੀ ਅਪੀਲ ਹੈ ਕਿ ਬਹੁਤ ਜ਼ਰੂਰੀ ਹੋਵੇ ਤਾਂ ਹੀ ਹਸਪਤਾਲ ਦੀ ਓਪੀਡੀ ਦੇ ਵਿੱਚ ਫਿਜ਼ੀਕਲੀ ਪਹੁੰਚਣ। ਉੱਥੇ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਲੋਕ ਮਾਸਕ ਪਹਿਨ ਕੇ ਅਤੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ। ਦੂਜੇ ਪਾਸੇ ਡਾਕਟਰਾਂ ਦੀ ਮੰਨੀਏ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਜ਼ੀਕਲ ਓਪੀਡੀ ਦਾ ਸਮੇਂ ਕੋਰੋਨਾ केसां ਦੀ कमी ਨੂੰ देखते हुए बढ़ाया भी जा सकता है। अपने पीजीआई में आज जैसे आपको पता है फर्स्ट डे है जब हमने ओपन किया है 8 to 9 हमने पहले एक फेज मैनर में ओपन किया है कि 8 to 9 में हम फिजिकल कार्ड जो भी लोग आ रहे हैं उनका फिजिकल उनको ओपीडी के लिए उनको 8 to 9 का ही टाइम रखा है। रीज़न भी यहाँ क्रॉनिक पेशेंट भी आते हैं, सब आते हैं, तो 8 से 9 में वो एक बार फिजिकल कार्ड बन जाता है। एंड उसके बाद 9 to 10:30 हमने टेली कंसल्टेशन के लिए ही अपनी सर्विस को कंटिन्यू किया है। उसके बाद वो टेली कंसल्टेशन की सर्विसेज भी दे पाएंगे और साथ में हमारा इमरजेंसी सर्विसेज हमेशा कंटिन्यू रहता है। इन केस ऑफ इमरजेंसी दे कैन कॉन्टैक्ट इन इमरजेंसी एंड ट्रॉमा सेंटर। बहुत ज़रूरी है तभी यहाँ आएँ। 8 से 9 का टाइम है, उसमें अपना फिजिकल ओपीडी का कार्ड बनवाएं। और अगर इमरजेंसी सर्विसेज है जो पीजीआई ने कभी भी बंद नहीं किया, वो इमरजेंसी सर्विसेज में अगर पेशेंट को बहुत डायर इमरजेंसी है वो इमरजेंसी में आए, ट्रॉमा में आए। और फिजिकल ओपीडी में तभी आए अगर उनको बहुत ज़रूरी है यहाँ और 8 से, ताकि हम कोविड के एप्रोप्रिएट बिहेवियर को फॉलो कर सकें। ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਕੋਰੋਨਾ ਦੇ ਕੇਸਾਂ ਵਿੱਚ ਆਈ ਕਮੀ ਨੂੰ ਲੈ ਕੇ GMSH 16 ਦੀ OPD ਨੂੰ ਖੋਲ੍ਹਣ ਦੇ ਆਦੇਸ਼ ਵੀ ਜਾਰੀ ਕਰ ਚੁੱਕਿਆ ਹੈ, ਜਿਸ ਤੋਂ ਬਾਅਦ ਇੱਥੇ ਵੀ ਫਿਜ਼ੀਕਲ OPD ਵਿੱਚ ਮਰੀਜ਼ ਪਹੁੰਚ ਰਹੇ ਨੇ ਤੇ ਉੱਥੇ ਹੀ ਪ੍ਰਸ਼ਾਸਨ ਹੀ ਸੰਜੀਵਨੀ ਐਪ ਦੇ ਜ਼ਰੀਏ ਮਰੀਜ਼ਾਂ ਨੂੰ ਆਨਲਾਈਨ ਕੰਸਲਟੇਸ਼ਨ ਲੈਣ ਦੇ ਪ੍ਰਤੀ ਵੀ ਜਾਗਰੂਕ ਕਰ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਹਸਪਤਾਲਾਂ ਵਿੱਚ ਭੀੜ ਨਾ ਹੋਵੇ ਇਸ ਨੂੰ ਲੈ ਕੇ ਵੀ ਪ੍ਰਸ਼ਾਸਨ ਦੇ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਲੋਕ ਵੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਮਾਸਕ ਪਹਿਨ ਕੇ ਪਹੁੰਚ ਰਹੇ ਨੇ। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਵਿੱਚ ਅੱਜ ਸਕੂਲ ਵੀ ਮੁੜ ਤੋਂ ਖੁੱਲ ਗਏ ਨੇ। ਸਕੂਲਾਂ ਨੂੰ ਵੀ ਕੋਵਿਡ ਦੇ ਕਰਕੇ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਬੱਚੇ ਸਕੂਲ ਦੇ ਵਿੱਚ ਪਹੁੰਚੇ। ਬਹੁਤ ਘੱਟ ਗਿਣਤੀ ਦੇ ਵਿੱਚ ਬੱਚੇ ਸਕੂਲ ਪਹੁੰਚੇ। ਕੋਰੋਨਾ ਨਿਯਮ ਜੋ ਬਣਾਏ ਗਏ ਨੇ ਉਹਨਾਂ ਦਾ ਪਾਲਣ ਕਰਦੇ ਹੋਏ ਵੀ ਦੇਖੇ ਗਏ। ਚੰਡੀਗੜ੍ਹ ਵਿੱਚ ਕੋਰੋਨਾ ਤੇ ਕਾਬੂ ਪਾਉਣ ਦੇ ਲਈ ਪ੍ਰਸ਼ਾਸਨ ਨੂੰ ਕੋਸ਼ਿਸ਼ਾਂ ਕਰਨੀਆਂ ਪੈ ਰਹੀਆਂ ਨੇ। ਇਸ ਵਿੱਚ ਵੈਕਸੀਨੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਲੈ ਕੇ ਕੁਆਰੰਟਾਈਨ ਅਤੇ ਕੰਟੇਨਮੈਂਟ ਜ਼ੋਨ ਬਣਾਏ ਜਾਣ ਤੱਕ ਦੀ ਕਾਰਵਾਈ ਸ਼ਾਮਿਲ ਹੈ। ਪ੍ਰਸ਼ਾਸਨ ਹੁਣ ਵੀ ਨਹੀਂ ਚਾਹੁੰਦਾ ਕਿ ਸ਼ਹਿਰ ਵਿੱਚ ਕੋਰੋਨਾ ਦੇ ਮਾਮਲੇ ਫਿਰ ਵਧਣ। ਇਸ ਲਈ ਪ੍ਰਸ਼ਾਸਨ ਨੇ 100% ਦੀ ਸਮਰੱਥਾ ਦੇ ਨਾਲ ਸਕੂਲ ਖੋਲ੍ਹਣ ਦੇ ਆਦੇਸ਼ ਤਾਂ ਜਾਰੀ ਕਰ ਦਿੱਤੇ ਗਏ ਨੇ, ਪਰ ਫਿਰ ਵੀ ਕੋਰੋਨਾ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ। ਜਾਰੀ ਆਦੇਸ਼ਾਂ ਦੇ ਤਹਿਤ ਸਕੂਲ ਵਿੱਚ ਲੰਚ ਦੇ ਦੌਰਾਨ ਬੱਚੇ ਆਪਣੀ ਸੀਟ ਤੇ ਹੀ ਬੈਠ ਕੇ ਲੰਚ ਕਰਨਗੇ ਕਿਹਾ ਗਿਆ ਹੈ। ਇਸ ਦੇ ਨਾਲ ਹੀ ਸਟੂਡੈਂਟ ਨੂੰ ਆਪਣੇ ਨਾਲ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। 18 ਸਾਲ ਤੋਂ ਵੱਧ ਉਮਰ ਦੇ ਸਟੂਡੈਂਟਸ, ਟੀਚਰਸ ਅਤੇ ਨਾਨ ਟੀਚਿੰਗ ਸਟਾਫ ਪੂਰੀ ਤਰ੍ਹਾਂ ਦੇ ਨਾਲ ਵੈਕਸੀਨੇਟਡ ਹੋਣਾ ਲਾਜ਼ਮੀ ਹੈ। ਉਧਰ ਮਨੀਮਾਜਰਾ ਦੇ ਪਿਪਲੀਵਾਲਾ ਟਾਊਨ ਦੇ ਵਿੱਚ ਅਚਾਨਕ ਹੀ ਇੱਕ ਸ਼ੈੱਡ ਦੇ ਵਿੱਚ ਅੱਗ ਲੱਗ ਗਈ। ਅੱਗ ਲੱਗਣ ਦੇ ਨਾਲ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਗਰਮੀ ਤੇ ਰਹੀ ਕਿ ਇਸ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਿਆ ਰਹਿ ਗਿਆ। ਮਨੀਮਾਜਰਾ ਖੇਤਰ ਦੇ ਨਾਲ ਲੱਗਣ ਵਾਲੇ ਪਿਪਲੀਵਾਲਾ ਟਾਊਨ ਦੇ ਆਰੇ ਵਾਲੀ ਗਲੀ ਦੇ ਵਿੱਚ ਟੀਨ ਦੇ ਸ਼ੈੱਡ ਦੇ ਵਿੱਚ ਅੱਗ ਲੱਗ ਗਈ ਅਤੇ ਗੱਦੇ ਬਣਾਉਣ ਵਾਲੀ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਲੱਗੀ ਇਸ ਅੱਗ ਦੇ ਕਾਰਨ ਅਫਰਾ ਤਫਰੀ ਦਾ ਮਾਹੌਲ ਬਣ ਗਿਆ, ਜਿਸ ਤੋਂ ਬਾਅਦ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਪਹੁੰਚੀਆਂ ਤੇ ਅੱਗ ਤੇ ਕਾਬੂ ਪਾਇਆ ਗਿਆ ਤੇ ਅੱਗ ਦੀ ਘਟਨਾ ਦੇ ਵਿੱਚ ਟੀਨ ਦੇ ਬਣੇ ਸ਼ੈੱਡ ਦੇ ਵਿੱਚ ਰੱਖੇ ਰੂਈ ਦੇ ਗੱਦੇ ਸੜ ਕੇ ਸੁਆਹ ਹੋ ਗਏ। ਹਾਲਾਂਕਿ ਇਸ ਅੱਗ ਦੀ ਘਟਨਾ ਦੇ ਵਿੱਚ ਇੱਕ ਨੌਜਵਾਨ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ, ਜਿਸ ਦਾ ਇਲਾਜ ਹਸਪਤਾਲ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਅੱਗ ਲੱਗਣ ਦੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਨੀਰਜ ਸਰਨਾ ਨੇ ਦੱਸਿਆ ਕਿ ਪਿਪਲੀਵਾਲਾ ਟਾਊਨ ਦੇ ਆਰੇ ਵਾਲੀ ਗਲੀ ਦੇ ਵਿੱਚ ਟੀਨ ਦੇ ਸ਼ੈੱਡ ਦੇ ਵਿੱਚ ਰੂਹ ਦੇ ਗੱਦੇ ਬਣਾਉਣ ਵਾਲੀ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਸੀ ਤੇ ਇਸ ਘਟਨਾ ਦੇ ਵਿੱਚ ਇੱਕ ਨੌਜਵਾਨ ਮਾਮੂਲੀ ਜ਼ਖਮੀ ਹੋ ਗਿਆ ਸੀ ਤੇ ਇਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਾਇਆ ਗਿਆ ਹੈ ਤੇ ਅੱਗ ਤੇ ਕਾਬੂ ਪਾ ਲਿਆ ਗਿਆ। ये आरे वाली गली के सामने ना एक ओपन जगह है, वहाँ पे कुछ दुकानें हैं, शेड बने हुए हैं। तो वहाँ पे 2 शेडों में कुछ लोग काम करते हैं रजाइयाँ गद्दे वगैरह बनाने का। तो उनके बयानों के मुताबिक कि लाइट गई हुई थी, जैसी लाइट आई है तो एकदम से शॉर्ट सर्किट की वजह से स्पार्किंग हुई और रुई में आग लग गई। रुई का काम था? हाँ, रुई रजाइयाँ बनाने गद्दे बनाने का काम है उनका। तो रुई में आग लगने से रुई में एकदम से आग फैली है। तो ये सब लोग बाहर आ गए। उनमें से एक लड़का था साहिल नाम का, उसके थोड़ी सी मामूली हल्की सी ये आग का सेक लगा इस जगह पे।
मुंह पे। वो हॉस्पिटल में है, तो मैं उसको हॉस्पिटल में अभी देखने आया, तो वो लड़का ठीक है, अभी खतरे की कोई बात नहीं। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਉਧਰ ਚੰਡੀਗੜ੍ਹ ਦੇ ਵਿੱਚ ਵਪਾਰੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਬੜੇ ਹੀ ਵੱਖਰੇ ਅੰਦਾਜ਼ ਦੇ ਵਿੱਚ ਕੀਤਾ ਗਿਆ। ਸਾਰੇ ਵਪਾਰੀਆਂ ਨੇ ਆਪਣੀ ਯੂਨਿਟ ਦੇ ਅੱਗੇ ਕਾਲੇ ਝੰਡੇ ਤੇ ਕਾਲੇ ਕੱਪੜੇ ਪਾ ਕੇ ਪ੍ਰਦਰਸ਼ਨ ਕੀਤਾ। हर जगह मसले होते हैं, सब कुछ होता है, दंगे फसाद भी होते हैं। व्यापारी ऐसा नहीं चाहता, व्यापारी तो अपना समाधान चाहता है। और हमारी जो डिमांड्स हैं वो नाजायज़ नहीं है। हमारी जो डिमांड्स हैं बड़ी सिंपल हैं। हम एक चीज़ कह रहे हैं, यहाँ पे कन्वर्जन पॉलिसी आई थी चंडीगढ़ में, FAR बढ़ाया, कन्वर्जन पॉलिसी दे दी, उन्होंने पैसे जमा करवा दिए। छोटे प्लॉट्स को डिस्क्रिमिनेट कर दिया गया, उनको एक कन्वर्जन नहीं दी गई। आज भी हम यही बात कह रहे हैं, सरकार जैसे ठीक समझे वैसे कर ले। कन्वर्जन करनी है, कन्वर्जन कर दे, हमारे से चार्जेस ले ले। कन्वर्जन नहीं करनी तो हमारे को एज इट इज़ काम करने दिया जाए। हम कोई यहाँ पे गलत व्यापार नहीं कर रहे हैं, हम यहाँ पे व्यापार कर रहे हैं। वेयर हाउसिंग हमारे यहाँ पे है, सेल यहाँ पे होती है, कस्टमर आता है, किसी को कोई प्रॉब्लम नहीं है। सरकार को क्या प्रॉब्लम है, हमारे से बात ही नहीं करती है। व्यापारी जहाँ पूरा हिंदुस्तान, पूरा देश, चंडीगढ़ वैलेंटाइन डे प्यार का दिन मना रहा है, उसी के हम उलट आज इसे काला दिन और ब्लैक डे के रूप में मना रहे हैं। आज सारे व्यापारी काले झंडे लेके काले कपड़े पहन के आए हैं। वो ये है कि हमें जो यहाँ पे एक सर्वे गवर्नमेंट करवा रही है, उसके कारण व्यापारियों को तंगी आ रही है। सिर्फ उसके कारण आज हमने ये अनशन के साथ साथ एक ये स्टेप उठाया है कि सरकार हमारे इस स्टेप से हमें इतना दुख है जो प्रकट कर रहे हैं कि हमारी बात सुने, हमारे बीच में आके बात सुने। ਉਧਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਫਿਰ ਤੋਂ ਪ੍ਰੋਫੈਸਰਸ ਨੇ ਪ੍ਰਦਰਸ਼ਨ ਕੀਤਾ। VC ਆਫਿਸ ਦੇ ਬਾਹਰ ਇਹ ਪ੍ਰਦਰਸ਼ਨ ਕਰ ਰਹੇ ਸੀ ਪ੍ਰੋਫੈਸਰ। ਇਹਨਾਂ ਨੇ ਆਪਣੀਆਂ ਮੰਗਾਂ ਰੱਖੀਆਂ ਤੇ ਕਈ ਤਰ੍ਹਾਂ ਦੇ ਆਰੋਪ ਵੀ ਇਸ ਦੌਰਾਨ ਲਗਾਏ ਗਏ। ਟੀ ਦੀ ਬਹੁਤ ਵੱਡੀ ਭੂਮਿਕਾ ਹੈ। VC ਦਫ਼ਤਰ ਖੁਦ ਇਹਦੇ ਵਿੱਚ ਫਸਿਆ ਹੋਇਆ ਹੈ, ਇਸ ਕਰਕੇ ਨਹੀਂ ਐਕਸ਼ਨ ਲੈ ਰਿਹਾ ਕਿਉਂਕਿ ਜਿਹੜੀਆਂ ਅਪਰੂਵਲਸ ਦਿੱਤੀਆਂ ਗਈਆਂ, ਕੋਵਿਡ ਦਾ ਪੀਰੀਅਡ ਚੱਲ ਰਿਹਾ ਸੀਗਾ, ਸੈਨੇਟ ਸਿੰਡੀਕੇਟ ਨੂੰ ਬਰਖਾਸਤ ਕੀਤਾ ਹੋਇਆ ਸੀਗਾ, ਇਹਨਾਂ ਦੀਆਂ ਮੀਟਿੰਗਸ ਨਹੀਂ ਸੀ ਹੋ ਰਹੀਆਂ ਸੈਨੇਟ ਸਿੰਡੀਕੇਟ ਦੀਆਂ। VC ਨੇ ਧੜਾ ਧੜ ਇਹ ਇਨਐਲੀਜੀਬਲ ਬੰਦਿਆਂ ਨੂੰ ਅਪਰੂਵਲ ਦਿੱਤੀਆਂ ਨੇ। ਹੁਣ ਜਦੋਂ ਇਹ ਖੁਲਾਸਾ ਹੋਣਾ ਤੇ VC ਡਾਕਟਰ ਰਾਜਕੁਮਾਰ ਕਿੱਥੋਂ ਬਚ ਜਾਏਗਾ, ਕਿੱਥੋਂ VC ਦਾ ਦਫ਼ਤਰ ਬਚ ਜਾਏਗਾ, ਕਿੱਥੋਂ DC ਦਾ ਦਫ਼ਤਰ ਬਚੇਗਾ, ਕਿੱਥੋਂ ਸਿਲੈਕਸ਼ਨ ਪੈਨਲ ਦੇ ਮੈਂਬਰ। ਅਸੀਂ ਇਮੀਡੀਏਟਲੀ ਸਸਪੈਂਸ਼ਨ ਦੀ ਡਿਮਾਂਡ ਕਰ ਰਹੇ ਹਾਂ ਇਹਨਾਂ 7-8 ਬੰਦਿਆਂ ਦੀ, ਜਿਹੜੇ ਬੰਦੇ ਕੀ ਇੱਕ ਐਡੇ ਵੱਡੇ ਜਿਹੜਾ 32 ਲੱਖ ਰੁਪਈਆ ਇੱਕ ਕਾਲਜ ਦਾ ਪ੍ਰਿੰਸੀਪਲ ਫਰਾਡ ਦੇ ਵਿੱਚ ਲੈ ਗਿਆ। ਔਰ ਮੈਂ ਇੱਥੇ ਇਹ ਵੀ ਦੱਸਦਾ ਕਿ ਉਹ SPN ਕਾਲਜ ਮੁਕੇਰੀਆਂ, ਉਹਦੀ ਮੈਨੇਜਮੈਂਟ ਦਾ ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਕਿ ਇੱਕ ਫਰਾਡ ਬੰਦੇ ਨੂੰ ਰੱਖਿਆ। ਕਿਉਂ? ਇਹ ਉਹ ਕਾਲਜ ਹੈ ਜਿਹੜਾ 2010 ਦੇ ਵਿੱਚ ਪੰਜਾਬ ਯੂਨੀਵਰਸਿਟੀ ਨੇ ਉਹਨੂੰ ਡਿਸਐਫੀਲੀਏਟ ਕੀਤਾ ਹੋਇਆ ਉਸ ਕਾਲਜ ਨੂੰ। ਔਰ ਜਦੋਂ ਦਾ ਡਿਸਐਫੀਲੀਏਟ ਹੋਇਆ, ਮੈਂ ਹੁਣੇ ਹੀ ਇੱਥੇ ਦਿਖਾ ਰਿਹਾ ਸੀਗਾ ਕਿ ਉਸ ਕਾਲਜ ਦਾ ਹਾਲ ਇਹ ਹੈ ਵੀ ਉਹ ਪ੍ਰਾਪਰਟੀ ਡੀਲਰਾਂ ਦਾ ਅੱਡਾ ਬਣ ਗਿਆ ਹੋਇਆ। 3 ਕਰੋੜ ਰੁਪਏ ਦੀ ਉਹਨਾਂ ਨੇ ਜ਼ਮੀਨ ਖਰੀਦੀ ਹੋਈ ਹੈ। ਆ ਮੈਂ ਦਿਖਾ ਰਿਹਾ, ਜ਼ਮੀਨ ਦੇ ਕਾਗਜ਼ ਹੈ ਜੀ। 3 ਕਰੋੜ ਰੁਪਏ ਦੀ ਜ਼ਮੀਨ ਹੈ, 18 ਕਨਾਲ ਤੇ 8 ਮਰਲੇ, 6 ਕਿਲੋਮੀਟਰ ਕਾਲਜ ਤੋਂ ਦੂਰ ਜਾ ਕੇ ਖਰੀਦੀ ਹੋਈ ਹੈ ਕਿਸੇ ਪਿੰਡ ਦੇ ਵਿੱਚ। ਔਰ 2015 ਦਾ ਇਹ ਡਾਕੂਮੈਂਟ ਹੈ। 6-6 ਸਾਲ ਹੋ ਗਏ ਆ ਪ੍ਰੋਫੈਸਰਾਂ ਨੂੰ ਦੇਣ ਲਈ ਕਾਲਜਾਂ 'ਚ ਤਨਖਾਹਾਂ ਹੈ ਨਹੀਂ ਗੀਆਂ, ਲੇਕਿਨ ਇਦਾਂ ਦੇ ਇਨਐਲੀਜੀਬਲ ਬੰਦੇ, ਫਰਾਡ ਬੰਦੇ ਜਿਹੜੇ ਉਹਨਾਂ ਨੂੰ ਪ੍ਰਿੰਸੀਪਲ ਲਾ ਕੇ ਬੈਠੇ। ਇੱਕ RTI ਭਾਈ ਹੈ ਜਿਹਦੇ ਵਿੱਚ ਅਸੀਂ ਇਹ ਕਿਹਾ ਹੈ ਕਿ ਆ ਪੰਜਾਬ ਸਰਕਾਰ ਦੀ, ਸਾਡੀ ਚਿੱਠੀ ਨਹੀਂ ਹੈ, ਪੰਜਾਬ ਸਰਕਾਰ ਦੀ 30/7/2013 ਦੀ ਚਿੱਠੀ ਹੈ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ UGC ਰੈਗੂਲੇਸ਼ਨਸ 2010 ਨੂੰ ਇੰਪਲੀਮੈਂਟ ਕਰ ਦਿੱਤਾ ਹੈ। ਔਰ ਅਸੀਂ DPI ਤੋਂ ਰਿਕਾਰਡ ਮੰਗਿਆ ਕਿ 30/7/2013 ਤੋਂ ਬਾਅਦ ਸਾਨੂੰ ਰਿਕਾਰਡ ਦਿਓ ਵੀ ਜਿੰਨੇ ਵੀ ਤੁਸੀਂ ਐਸੋਸੀਏਟ ਪ੍ਰੋਫੈਸਰ ਬਣਾਏ ਆ ਕਾਲਜਸ, ਕੀ ਉਹ ਨਿਯਮਾਂ ਦੇ ਮੁਤਾਬਕ ਬਣਾਏ ਆ, ਕੀ ਉਹ ਤੁਸੀਂ ਯੂਨੀਵਰਸਿਟੀਆਂ ਦੇ ਸਿਲੈਕਸ਼ਨ ਪੈਨਲ ਦੀ ਅਪਰੂਵਲ ਤੋਂ ਬਾਅਦ ਬਣਾਏ ਆ। ਅਸੀਂ ਇਹ ਰਿਕਾਰਡ ਮੰਗਿਆ, ਬੜੇ ਦਿਨਾਂ 'ਚੋਂ ਰਿਕਾਰਡ ਸਾਡੇ ਕੋਲ ਆ ਰਿਹਾ। ਖੁਲਾਸਾ ਕਰਾਂਗੇ ਜਿਹਦੇ ਵਿੱਚ ਸਾਨੂੰ ਲੱਗ ਰਿਹਾ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਸਕੈਮ ਹੈ, ਜਿਹਦੇ ਵਿੱਚ ਕਈ 100 ਬੰਦਾ ਤੁਹਾਨੂੰ ਨਜ਼ਰ ਆਏਗਾ। ਉਧਰ ਵੈਲੈਂਟਾਈਨ ਡੇ ਦੇ ਮੌਕੇ ਤੇ ਚੰਡੀਗੜ੍ਹ ਪੁਲਿਸ ਸਖਤ ਹੁੰਦੀ ਹੋਈ ਨਜ਼ਰ ਆਈ। ਜਗ੍ਹਾ ਜਗ੍ਹਾ ਤੇ ਪੁਲਿਸ ਨੇ ਪਹਿਰਾ ਲਗਾਇਆ ਹੋਇਆ ਸੀ, ਜਿਸ ਦੇ ਚੱਲਦਿਆਂ ਸੜਕਾਂ ਸੁੰਨੀਆਂ ਨਜ਼ਰ ਆਈਆਂ, ਪਰ ਦੁਕਾਨਾਂ ਦੇ ਵਿੱਚ ਚਮਕ ਸਾਫ਼ ਦਿਖ ਰਹੀ ਸੀ। ਪੇਸ਼ ਰਿਪੋਰਟ। ਸੋਮਵਾਰ ਨੂੰ ਵੈਲੈਂਟਾਈਨ ਡੇ ਯਾਨੀ ਕਿ ਪਿਆਰ ਦੇ ਇਜ਼ਹਾਰ ਦਾ ਦਿਨ, ਜਿਸ ਨੂੰ ਲੈ ਕੇ ਚੰਡੀਗੜ੍ਹ ਦੇ ਵਿੱਚ ਪੁਲਿਸ ਕਾਫੀ ਮੁਸਤੈਦ ਵਿਖਾਈ ਦਿੱਤੀ। ਕਿਸੇ ਵੀ ਤਰ੍ਹਾਂ ਕਾਨੂੰਨ ਵਿਵਸਥਾ ਖਰਾਬ ਨਾ ਹੋਵੇ ਅਤੇ ਛੇੜਛਾੜ ਵਰਗੀਆਂ ਘਟਨਾਵਾਂ ਨਾ ਹੋਣ, ਇਸ ਨੂੰ ਲੈ ਕੇ ਕਾਫੀ ਸੰਖਿਆ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਤੇ ਪੁਲਿਸ ਵੱਲੋਂ ਥਾਂ-ਥਾਂ ਚੰਡੀਗੜ੍ਹ ਦੀ ਤਕਰੀਬਨ ਹਰ ਸੜਕ ਉੱਤੇ ਨਾਕੇ ਲਗਾਏ ਗਏ। ਚੰਡੀਗੜ੍ਹ ਦੇ ਗੇੜੇ ਰੂਟ ਦੀ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਉੱਤੇ ਪੁਲਿਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ ਤੇ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਵਿੱਚ
ਵੀ ਪੁਲਿਸ ਦਾ ਸਖਤ ਪਹਿਰਾ ਸੀ। ਉੱਥੇ ਹੀ ਕੁਝ ਨੌਜਵਾਨ ਲੜਕੇ ਲੜਕੀਆਂ ਰੋਜ਼ ਗਾਰਡਨ ਦੇ ਵਿੱਚ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਵਿਖਾਈ ਦਿੱਤੇ। ਉਹਨਾਂ ਦਾ ਕਹਿਣਾ ਸੀ ਕਿ ਵੈਲੈਂਟਾਈਨ ਡੇ ਪਿਆਰ ਦਾ ਦਿਨ ਹੁੰਦਾ ਹੈ ਤੇ ਉਹ ਆਪਣੇ ਤਰੀਕੇ ਦੇ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰ ਰਹੇ ਨੇ। ਹਾਂਜੀ, ਅੱਜ ਵਾਈਫ ਮੇਰੀ ਮੇਰੇ ਨਾਲ ਆ, ਮੈਂ ਬਹੁਤ ਖੁਸ਼ ਹਾਂ। ਇਹ ਤੋਂ ਵੱਡਾ ਕੋਈ ਦਿਨ ਮੇਰੇ ਲਈ ਹੋ ਨਹੀਂ ਸਕਦਾ। ਸਾਡੇ ਚਿਹਰੇ ਦੀ ਦਿੱਤੀ ਸਮਾਈਲ ਤੁਹਾਨੂੰ ਦੱਸ ਹੀ ਰਹੀ ਹੋਊਗੀ ਕਿ ਅਸੀਂ ਦੋਨੇ ਇੱਕ ਦੂਜੇ ਦੇ ਨਾਲ ਕਿੰਨੇ ਜ਼ਿਆਦਾ ਖੁਸ਼ ਹਾਂ ਤੇ ਪਰਮਾਤਮਾ ਕਰੇ ਇੱਕ ਵੈਲੈਂਟਾਈਨ ਡੇ ਨਹੀਂ, ਜਿੰਨੇ ਵੀ 7 ਜਨਮਾਂ ਦੇ ਵਿੱਚ ਸਾਨੂੰ ਦਿਨ ਮਿਲਣਗੇ, ਹਰੇਕ ਦਿਨ ਅਸੀਂ ਇੱਕ ਦੂਜੇ ਨਾਲ ही सेलिब्रेट करिए। अपने पति को ये कहना चाहूँगी कि उन्होंने मुझे बहुत प्यार दिया है, थैंक यू सो मच फॉर दिस। ठीक है, और वैसे तो वैलेंटाइन डे हम एक दिन मनाते हैं, बट हमें जहाँ प्यार होता है वहाँ हमें डेली ही सेलिब्रेट करना चाहिए। हर एक दिन वैलेंटाइन डे है, हमेशा हमें प्यार से रहना चाहिए, प्यार से अपनी ज़िंदगी निकालनी चाहिए। ਚੰਡੀਗੜ੍ਹ ਦੇ ਵਿੱਚ ਇਸ ਦਿਹਾੜੇ ਦੁਕਾਨਾਂ ਤੇ ਵੀ ਕਾਫੀ ਰੌਣਕ ਬਣੀ ਰਹੀ ਤੇ ਵੈਲੈਂਟਾਈਨ ਡੇ ਤੇ ਦੁਕਾਨਾਂ ਕਾਫੀ ਸਜੀਆਂ ਹੋਈਆਂ ਸੀ ਤੇ ਲੋਕ ਆਪਣੇ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਕਾਫੀ ਗਿਫਟ ਵੀ ਖਰੀਦਦੇ ਹੋਏ ਵਿਖਾਈ ਦਿੱਤੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ। ਰੁਕ ਮੌਸਮ ਦਾ ਕਰ ਲੈਨੇ ਆ ਤਾਂ ਹੁਣ ਠੰਡ ਦਾ ਅਸਰ ਘਟਦਾ ਜਾ ਰਿਹਾ ਹੈ ਤੇ ਧੁੱਪ ਦਾ ਅਸਰ ਵੱਧ ਦਿਖ ਰਿਹਾ ਹੈ, ਯਾਨੀ ਕਿ ਗਰਮੀ ਦਿਨ ਵੇਲੇ ਥੋੜੀ ਮਹਿਸੂਸ ਹੋਣੀ ਸ਼ੁਰੂ ਹੋ ਗਈ ਹੈ। ਤਾਪਮਾਨ ਦੀ ਜੇ ਗੱਲ ਕੀਤੀ ਜਾਵੇ ਤਾਂ ਅੱਜ ਵੱਧ ਤੋਂ ਵੱਧ ਤਾਪਮਾਨ 23.2 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 7.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਤਾਂ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਪਾਸੇ ਨਹੀਂ, ਫਿਰ ਹੋਵੇਗੀ ਮੁਲਾਕਾਤ। ਸਤਿ ਸ਼੍ਰੀ ਅਕਾਲ।